ਸਤਿ ਸ਼੍ਰੀ ਅਕਾਲ PNCN ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਿਹਤ ਸਿਸਟਮ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਗਮੀਤ ਸਿੰਘ ਦਾ ਸਵਾਲ, ਦੱਸਾਂਗੇ ਪ੍ਰਧਾਨ ਮੰਤਰੀ ਨੇ ਕੀ ਕਿਹਾ। ਕੈਨੇਡਾ ਵਾਸੀਆਂ ਨੂੰ ਪਾਸਪੋਰਟ ਦੇ ਲਈ ਕਰਨੀ ਪੈ ਰਹੀ ਲੰਮੀ ਉਡੀਕ ਬਣੀ ਵੱਡੀ ਪਰੇਸ਼ਾਨੀ। ਹਾਈਵੇ ਦੇ ਉੱਤੇ ਦੋ ਗੱਡੀਆਂ ਵਿੱਚ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਗਈਆਂ। ਟੋਰਾਂਟੋ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਸੜਕ ਹਾਦਸੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਟਰਾਂਸਲਿੰਕ ਨੂੰ ਸਰੀ ਬੋਰਡ ਆਫ ਟ੍ਰੇਡ ਦੇ ਵੱਲੋਂ ਕਿਹੜੇ ਬਦਲਾਅ ਲਿਆਉਣ ਦੇ ਲਈ ਕਿਹਾ ਗਿਆ, ਇਸ ਦੇ ਬਾਰੇ ਦੱਸਾਂਗੇ। ਇਸ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਭਰ ਵਿੱਚ ਇਸ ਸਮੇਂ ਬੈਕਲੌਗ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ। ਪਾਸਪੋਰਟ ਬੈਕਲੌਗ ਨੂੰ ਲੈ ਕੇ ਵੀ ਕੈਨੇਡਾ ਵਾਸੀਆਂ ਦੇ ਵੱਲੋਂ ਕਾਫੀ ਜ਼ਿਆਦਾ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ। ਸਰਵਿਸ ਕੈਨੇਡਾ ਨੇ ਇਸ ਦੇ ਬਾਰੇ ਬਾਰ-ਬਾਰ ਜਾਣਕਾਰੀ ਵੀ ਸਾਂਝੀ ਕੀਤੀ ਹੈ, ਪਰ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵਾਸੀ ਆਪਣੇ ਪਾਸਪੋਰਟ ਨੂੰ ਰੀਨਿਊ ਕਰਵਾਉਣ ਜਾਂ ਫਿਰ ਨਵੇਂ ਪਾਸਪੋਰਟ ਦੇ ਲਈ ਉਡੀਕ ਕਰ ਰਹੇ ਨੇ, ਜੋ ਕਿ ਲੰਮੀ ਉਡੀਕ ਉਹਨਾਂ ਨੂੰ ਕਰਨੀ ਪੈ ਰਹੀ ਹੈ। ਪਾਸਪੋਰਟ ਮਿਲਣ 'ਚ ਦੇਰੀ ਹੋਣ ਕਰਕੇ ਕੈਨੇਡੀਅਨਸ ਆਪਣੀ ਯਾਤਰਾ ਰੱਦ ਕਰਨ ਜਾਂ ਮੁੜ ਤੋਂ ਤੈਅ ਕਰਨ ਲਈ ਮਜਬੂਰ ਨੇ। ਬਹੁਤ ਸਾਰੇ ਕੈਨੇਡੀਅਨ ਪਾਸਪੋਰਟ ਦਫ਼ਤਰਾਂ ਵਿੱਚ ਲੰਬੀ ਦੇਰੀ ਅਤੇ ਉਡੀਕ ਸਮੇਂ ਦੀ ਰਿਪੋਰਟ ਕਰ ਰਹੇ ਨੇ, ਕਿਉਂਕਿ ਫੈਡਰਲ ਸਰਕਾਰ ਪਿਛਲੇ ਸਾਲ ਤੋਂ ਲਗਭਗ 1 ਮਿਲੀਅਨ ਹੋਰ ਅਰਜ਼ੀਆਂ ਪ੍ਰੋਸੈਸ ਕਰਨ ਲਈ ਕੰਮ ਕਰ ਰਹੀ ਹੈ। 1 ਅਪ੍ਰੈਲ 2020 ਤੋਂ ਲੈ ਕੇ 31 ਮਾਰਚ 2021 ਤੱਕ 3,63,000 ਪਾਸਪੋਰਟ ਜਾਰੀ ਕਰਨ ਤੋਂ ਬਾਅਦ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ, ਜੋ ਸਰਵਿਸ ਕੈਨੇਡਾ ਦੀ ਨਿਗਰਾਨੀ ਕਰਦਾ ਹੈ, ਦਾ ਕਹਿਣਾ ਹੈ ਕਿ ਅਗਲੇ ਸਾਲ ਇਹ ਗਿਣਤੀ ਵੱਧ ਕੇ ਲਗਭਗ 1.3 ਮਿਲੀਅਨ ਹੋ ਜਾਵੇਗੀ। ਸਰਕਾਰ ਨੇ ਕਿਹਾ ਕਿ ਸਰਵਿਸ ਕੈਨੇਡਾ ਹਜ਼ਾਰਾਂ ਹੋਰ ਕਾਲਾਂ ਨਾਲ ਵੀ ਨਜਿੱਠ ਰਿਹਾ ਹੈ। ਮਹਾਮਾਰੀ ਤੋਂ ਪਹਿਲਾਂ ਲਗਭਗ 5,000 ਤੋਂ ਵੱਧ ਰੋਜ਼ਾਨਾ ਕਾਲ ਆਉਂਦੇ ਸੀ ਅਤੇ ਹੁਣ ਹਰ ਰੋਜ਼ 2 ਲੱਖ ਤੋਂ ਵੱਧ ਕਾਲ ਆਉਂਦੀਆਂ ਨੇ। ਦੇਸ਼ ਭਰ ਦੇ ਲੋਕਾਂ ਨੇ ਰਿਪੋਰਟ ਕੀਤੀ ਕਿ ਉਹਨਾਂ ਨੂੰ ਲੰਬੇ ਇੰਤਜ਼ਾਰ ਦੇ ਚੱਲਦੇ ਆਪਣੀ ਛੁੱਟੀਆਂ ਨੂੰ ਰੱਦ ਕਰਨਾ ਜਾਂ ਮੁੜ ਤੋਂ ਤੈਅ ਕਰਨਾ ਪੈ ਰਿਹਾ ਹੈ। ਜਿਵੇਂ ਕਿ ਕੈਨੇਡੀਅਨ 2 ਸਾਲਾਂ ਤੋਂ ਚੱਲ ਰਹੀ ਮਹਾਮਾਰੀ ਦੀਆਂ ਪਾਬੰਦੀਆਂ ਤੋਂ ਬਾਅਦ ਯਾਤਰਾ ਕਰਨ ਲਈ ਉਡੀਕ ਕਰ ਰਹੇ ਨੇ। ਇਸ ਨੂੰ ਲੈ ਕੇ ਇੱਕ ਮਾਹਰ ਦਾ ਕਹਿਣਾ ਹੈ ਕਿ ਇਸ ਗਰਮੀਆਂ ਵਿੱਚ ਛੁੱਟੀਆਂ ਮਨਾਉਣ ਵਾਲਿਆਂ ਲਈ ਨਵੇਂ ਜਾਂ ਰੀਨਿਊ ਕਰਵਾਉਣ ਵਾਲੇ ਪਾਸਪੋਰਟਾਂ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਇੱਕ ਨਿਊ ਨਾਰਮਲ ਹੋਵੇਗਾ। ਇਸ ਨਾਲ ਹੀ ਹਾਈਵੇ ਦੇ ਉੱਤੇ ਦੋ ਵਾਹਨ ਜਿਨ੍ਹਾਂ ਦੇ ਵਿੱਚੋਂ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਉਸ ਦੇ ਬਾਰੇ ਤੁਹਾਨੂੰ ਹੁਣ ਦੱਸਾਂਗੇ। ਓਟਵਾ ਹਾਈਵੇ ਤੇ ਵਾਹਨਾਂ ਵਿਚਾਲੇ ਇੱਕ ਦੂਜੇ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ 2 ਲੋਕ ਜ਼ਖਮੀ ਹੋ ਗਏ। ਓਟਵਾ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਦੁਪਹਿਰ ਨੂੰ ਡਾਊਨਟਾਊਨ ਓਟਵਾ ਦੇ ਰਸਤੇ ਇੱਕ ਹਾਈਵੇ ਤੇ 2 ਚੱਲਦੇ ਵਾਹਨਾਂ ਵਿੱਚ ਸਵਾਰ ਲੋਕ ਇੱਕ ਦੂਜੇ ਤੇ ਗੋਲੀਬਾਰੀ ਕਰ ਰਹੇ ਸੀ। ਸਿਟੀ ਪੁਲਿਸ ਨੇ ਕਿਹਾ ਕਿ ਇਹ ਘਟਨਾ ਦੁਪਹਿਰ 1:20 ਦੇ ਕਰੀਬ ਵਾਪਰੀ, ਕਿਉਂਕਿ ਦੋਵੇਂ ਵਾਹਨ ਪਾਰਕਡੇਲ ਐਵੇਨਿਊ ਅਤੇ ਮੈਟਕਾਫ ਸਟਰੀਟ ਦੇ ਐਗਜ਼ਿਟ ਦੇ ਵਿਚਕਾਰ ਹਾਈਵੇ 417 ਦੀ ਇੱਕੋ ਲੇਨ ਵਿੱਚ ਪੱਛਮ ਵੱਲ ਜਾ ਰਹੇ ਸੀ। ਇਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਗੱਡੀ ਚਿੱਟੇ ਰੰਗ ਦੀ ਮਰਸੀਡੀਜ਼ ਬੈਂਜ਼ ਸੀ। ਪੁਲਿਸ ਨੇ ਕਿਹਾ ਕਿ ਉਸ ਦਿਨ ਦੁਪਹਿਰ ਨੂੰ ਹਸਪਤਾਲ ਵਿੱਚ ਗੋਲੀਬਾਰੀ ਨਾਲ ਜ਼ਖਮੀ ਹੋਏ 2 ਲੋਕ ਪਹੁੰਚੇ। 25 ਸਾਲ ਦੀ ਉਮਰ ਦੇ ਆਦਮੀ ਅਤੇ ਔਰਤ ਨੇ ਅਧਿਕਾਰੀਆਂ ਨਾਲ ਮਾਮਲੇ ਨੂੰ ਲੈ ਕੇ ਸਹਿਯੋਗ ਨਹੀਂ ਕੀਤਾ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਰਿਹਾ ਕਰ ਦਿੱਤਾ ਗਿਆ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਦੋਵੇਂ ਇੱਕੋ ਗੱਡੀ ਵਿੱਚ ਸਵਾਰ ਸੀ ਜਾਂ ਨਹੀਂ ਅਤੇ ਉਹ ਚਾਹੁੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖੀ ਹੋਵੇ ਜਾਂ ਕੋਈ ਫੁਟੇਜ ਹੱਥ ਲੱਗੀ ਹੋਵੇ, ਉਹ ਬੰਦੂਕਾਂ ਅਤੇ ਗੈਂਗ ਯੂਨਿਟ ਨਾਲ ਇਸ ਬਾਰੇ ਸੰਪਰਕ ਕਰ ਸਕਦੇ ਨੇ। ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਹਾਈਵੇ ਦੇ ਦੁਆਲੇ ਪੱਛਮ ਵੱਲ ਜਾਂਚ ਕੀਤੀ ਜਾ ਰਹੀ ਹੈ। ਅੱਗੇ ਜਾਣਕਾਰੀ ਜੋ ਪੀਲ ਪੁਲਿਸ ਨੇ ਦੱਸਿਆ, ਟੋਰਾਂਟੋ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਬਾਰੇ ਤੁਹਾਨੂੰ ਦੱਸਾਂਗੇ ਆਖਿਰ ਕੀ ਹੈ ਪੂਰਾ ਮਾਮਲਾ। ਰੀਜਨ ਆਫ ਪੀਲ ਮੇਜਰ ਕੋਲੀਜਨ ਬਿਊਰੋ ਦੇ ਜਾਂਚਕਰਤਾਵਾਂ ਨੇ ਟੋਰਾਂਟੋ ਦੇ ਇੱਕ ਵਿਅਕਤੀ ਨੂੰ ਦਸੰਬਰ 2021 ਵਿੱਚ ਮਿਸੀਸਾਗਾ ਵਿੱਚ ਵਾਪਰੀ ਘਾਤਕ ਫੇਲ ਟੂ ਰਿਮੇਨ ਕੋਲੀਜਨ ਲਈ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਸ਼ੁੱਕਰਵਾਰ 17 ਦਸੰਬਰ 2021 ਨੂੰ ਰਾਤ ਨੂੰ ਲਗਭਗ 9:15 ਤੇ ਪੀੜਤ 35 ਸਾਲਾ ਸੁਰੇਸ਼ ਥਰਮਕੁਲਾਸਿੰਗਮ ਮਿਸੀਸਾਗਾ ਵਿੱਚ ਡਿਕਸੀ ਰੋਡ ਦੇ ਪੱਛਮ ਵਿੱਚ ਡੰਡਾਸ ਸਟਰੀਟ ਦੇ ਪਾਰ ਦੱਖਣ ਵੱਲ ਇੱਕ ਮੱਧ ਬਲਾਕ ਨੂੰ ਪਾਰ ਕਰ ਰਿਹਾ ਸੀ। ਸੁਰੇਸ਼ ਇੱਕ ਰੈਸਟੋਰੈਂਟ ਤੋਂ ਬਾਹਰ ਨਿਕਲਣ ਤੋਂ ਬਾਅਦ ਆਪਣੇ ਟਰੈਕਟਰ ਟ੍ਰੇਲਰ ਤੇ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਉਸਨੇ ਸੜਕ ਦੇ ਪਾਰ ਇੱਕ ਗੈਸ ਸਟੇਸ਼ਨ ਤੇ ਖੜਾ ਕੀਤਾ ਸੀ। ਜਿਵੇਂ ਹੀ ਉਹ ਪੂਰਬ ਵੱਲ ਕਰਬ ਲੇਨ ਤੇ ਪਹੁੰਚਿਆ, ਉਸਨੂੰ 2008-2012 ਦੀ ਬਲੈਕ ਫੋਰਡ ਐਸਕੇਪ SUV ਨੇ ਟੱਕਰ ਮਾਰ ਦਿੱਤੀ। ਗੱਡੀ ਚਲਾਉਣ ਵਾਲੇ ਮੁਲਜ਼ਮ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਹ ਹਾਦਸਾ ਵਾਪਰਨ ਤੋਂ ਬਾਅਦ ਪੀੜਤ ਦੀ ਬਿਨਾਂ ਮਦਦ ਕੀਤੇ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੀੜਤ ਨੂੰ ਟਰਾਮਾ ਸੈਂਟਰ 'ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਪੀੜਤ ਨੇ ਕੁਝ ਦਿਨਾਂ ਬਾਅਦ ਦਮ ਤੋੜ ਦਿੱਤਾ। ਟੋਰਾਂਟੋ ਪੁਲਿਸ ਸੇਵਾ ਦੇ ਸਹਿਯੋਗ ਨਾਲ ਮੇਜਰ ਕੋਲੀਜਨ ਬਿਊਰੋ ਦੇ ਜਾਂਚਕਰਤਾਵਾਂ ਨੇ ਟੋਰਾਂਟੋ ਦੇ ਇੱਕ 38 ਸਾਲਾ ਵਿਅਕਤੀ ਲੂਕ ਕੌਕਲਿਨ ਨੂੰ ਮਾਮਲੇ 'ਚ ਗ੍ਰਿਫਤਾਰ ਕੀਤਾ ਅਤੇ ਉਸ ਉੱਤੇ ਟੱਕਰ ਹੋਣ ਤੋਂ ਬਾਅਦ ਨਾ ਰੁਕਣ ਅਤੇ ਹਾਦਸੇ ਤੋਂ ਬਾਅਦ ਪੀੜਤ ਵਿਅਕਤੀ ਦੀ ਹੋਈ ਮੌਤ ਦਾ ਇਲਜ਼ਾਮ ਲਗਾਇਆ ਹੈ। ਮੁਲਜ਼ਮ ਵਿਅਕਤੀ 25 ਜੁਲਾਈ 2022 ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ ਜਸਟਿਸ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਸਰੀ ਬੋਰਡ ਆਫ ਟ੍ਰੇਡ ਦੇ ਵੱਲੋਂ ਇੱਕ ਸਲਾਹ ਦਿੱਤੀ ਗਈ ਹੈ ਤੇ ਨਾਲ ਹੀ ਟਰਾਂਸਲਿੰਕ ਤੋਂ ਮੰਗ ਕੀਤੀ ਗਈ ਹੈ ਹੋਰ ਜ਼ਿਆਦਾ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਵਾਸਤੇ, ਪਰਿਵਾਰਾਂ ਦੇ ਵਾਸਤੇ ਤੇ ਨਾਲ ਹੀ ਜ਼ਿਆਦਾਤਰ ਲੋਕ ਟਰਾਂਸਲਿੰਕ ਯਾਨੀ ਕਿ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚੁਣਨ, ਜਿਸ ਦੇ ਵਾਸਤੇ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ, ਇਸ ਸੰਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਹੁਣ ਦੱਸਾਂਗੇ। ਸਰੀ ਬੋਰਡ ਆਫ ਟ੍ਰੇਡ ਨੇ ਪਿਛਲੇ ਹਫ਼ਤੇ ਬੱਸਾਂ ਅਤੇ ਸਕਾਈ ਟ੍ਰੇਨਾਂ ਦੇ ਕਿਰਾਏ ਦੀ ਕੀਮਤ ਤੋਂ ਲੈ ਕੇ ਔਰਤਾਂ ਦੀ ਸੁਰੱਖਿਆ ਦੀ ਭਾਵਨਾ ਤੱਕ ਹਰ ਚੀਜ਼ ਨੂੰ ਸੰਬੋਧਿਤ ਕਰਦੇ ਹੋਏ ਟ੍ਰਾਂਜ਼ਿਟ ਪ੍ਰਦਾਤਾ ਨੂੰ 5 ਸਿਫਾਰਸ਼ਾਂ ਪੇਸ਼ ਕੀਤੀਆਂ, ਜਿਨ੍ਹਾਂ 'ਚ ਜਨਤਕ ਆਵਾਜਾਈ ਤੇ ਕੇਵਲ ਪਰਿਵਾਰਕ ਕੰਪਾਰਟਮੈਂਟਾਂ ਨੂੰ ਜੋੜਨਾ, ਹਾਲ ਹੀ ਵਿੱਚ ਔਰਤਾਂ ਜਾਂ ਉਹ ਯਾਤਰੀ ਜੋ ਔਰਤਾਂ ਦੇ ਨਾਲ ਨੇ ਉਹਨਾਂ ਵਿੱਚ ਸਵਾਰੀਆਂ ਦੀ ਗਿਣਤੀ ਵਧਾਉਣ ਲਈ ਟਰਾਂਸਲਿੰਕ ਨੂੰ ਪੇਸ਼ ਕੀਤੇ ਗਏ ਕਈ ਵਿਚਾਰਾਂ ਵਿੱਚੋਂ ਇੱਕ ਸੀ। ਬੋਰਡ ਦੀ ਪ੍ਰਧਾਨ ਅਨੀਤਾ ਹਿਊਬਰਮੈਨ ਨੇ ਟਰਾਂਸਲਿੰਕ ਦੇ CEO ਕੇਵਨ ਕੁਇਨ ਨੂੰ ਇੱਕ ਪੱਤਰ ਵਿੱਚ ਲਿਖਿਆ, ਔਰਤਾਂ ਨੂੰ ਆਵਾਜਾਈ ਦੇ ਸਮੇਂ ਟਰਾਂਸਪੋਰਟੇਸ਼ਨਸ ਦੇ ਮੋਡ ਨੂੰ ਵਰਤਦੇ ਹੋਏ ਸੁਰੱਖਿਅਤ ਮਹਿਸੂਸ ਹੋਣਾ ਜ਼ਰੂਰੀ ਹੈ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਅਜਿਹਾ ਨਹੀਂ ਹੈ, ਕਿਉਂਕਿ ਔਰਤਾਂ ਨੂੰ ਟਰਾਂਜ਼ਿਟ ਦੀ ਵਰਤੋਂ ਕਰਦੇ ਸਮੇਂ ਪਰੇਸ਼ਾਨੀ ਅਤੇ ਹਮਲੇ ਦੇ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰਾਂਸਲਿੰਕ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸਲ ਵਿੱਚ ਜੋ ਰਿਪੋਰਟ ਸਾਹਮਣੇ ਆਈ ਹੈ ਉਸ 'ਚ ਆਵਾਜਾਈ ਤੇ ਅਪਰਾਧਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਦੇਖਿਆ ਗਿਆ। ਵਿਅਕਤੀਆਂ ਦੇ ਖਿਲਾਫ ਰਿਪੋਰਟ ਕੀਤੇ ਗਏ ਅਪਰਾਧਾਂ ਦੀ ਗਿਣਤੀ ਪਿਛਲੇ 4 ਸਾਲਾਂ ਤੋਂ ਸਾਲ ਦਰ ਸਾਲ ਘਟਦੀ ਰਹੀ ਹੈ ਅਤੇ 2018 ਦੇ ਮੁਕਾਬਲੇ ਇਹ ਦਰ 32% ਘੱਟ ਹੈ। ਬੋਰਡ ਦੀਆਂ ਹੋਰ ਸਿਫਾਰਸ਼ਾਂ ਵਿੱਚ ਵਧੇਰੇ ਮਹਿਲਾ ਸਟਾਫ ਨੂੰ ਨਿਯੁਕਤ ਕਰਨਾ, ਟਰਾਂਜ਼ਿਟ ਸਟਾਪਾਂ ਤੇ ਰੋਸ਼ਨੀ ਵਿੱਚ ਸੁਧਾਰ ਕਰਨਾ, 3 ਘੰਟੇ ਦੇ ਇੱਕ ਸਿੰਗਲ ਕਿਰਾਏ ਦੀ ਕੀਮਤ 'ਚ ਵਾਧਾ ਕਰਨਾ ਅਤੇ ਔਰਤਾਂ ਦੀਆਂ ਖਾਸ ਆਵਾਜਾਈ ਲੋੜਾਂ ਲਈ ਰਿਸਰਚ ਕਰਨਾ ਸ਼ਾਮਿਲ ਹੈ। ਸਕਾਈ ਟ੍ਰੇਨ ਅਟੈਂਡੈਂਟਸ ਵਿੱਚ ਔਰਤਾਂ ਦੀ ਗਿਣਤੀ ਪਹਿਲਾਂ ਹੀ 40% ਹੈ ਅਤੇ ਮੈਟਰੋ ਵੈਨਕੂਵਰ ਟਰਾਂਜ਼ਿਟ ਪੁਲਿਸ ਅਫਸਰਾਂ ਵਿੱਚ ਸਿਰਫ 22% ਤੋਂ ਘੱਟ ਔਰਤਾਂ ਮੌਜੂਦ ਨੇ। ਟਰਾਂਸਲਿੰਕ ਨੇ ਕਿਸੇ ਵੀ ਵਿਅਕਤੀ ਨੂੰ ਜੋ ਅਸੁਰੱਖਿਅਤ ਮਹਿਸੂਸ ਕਰਦਾ ਹੈ 877777 ਤੇ ਟੈਕਸਟ ਭੇਜ ਕੇ ਟਰਾਂਜ਼ਿਟ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਹੈ। ਰਾਈਡਰ ਕਿਸੇ ਅਟੈਂਡੈਂਟ ਨੂੰ ਸੁਚੇਤ ਕਰਨ ਲਈ ਸਾਇਲੈਂਟ ਅਲਾਰਮ ਸਿਸਟਮ ਨੂੰ ਵੀ ਐਕਟੀਵੇਟ ਕਰ ਸਕਦਾ ਹੈ। ਇਸ ਦੇ ਨਾਲ ਹੀ ਜਿਵੇਂ ਕਿ ਰੋਜਰਸ ਤੇ ਸ਼ੌ ਦੇ ਮਰਜਰ ਦੇ ਬਾਰੇ ਲਗਾਤਾਰ ਸਵਾਲ ਵੀ ਉੱਠ ਰਹੇ ਨੇ ਤੇ ਇਸੇ ਨੂੰ ਲੈ ਕੇ ਜਗਮੀਤ ਸਿੰਘ ਦੇ ਵੱਲੋਂ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਚੁੱਕਿਆ ਗਿਆ, ਜਿੱਥੇ ਕਿ ਉਹਨਾਂ ਨੇ ਇਹ ਸਵਾਲ ਪੁੱਛਿਆ ਕਿ ਇਸ ਦੇ ਨਾਲ ਜਿੱਥੇ ਇੱਕ ਪਾਸੇ ਕਾਫੀ ਗਿਣਤੀ ਵਿੱਚ ਕਾਮਿਆਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਤੇ ਨਾਲ ਹੀ ਜੋ ਕੈਨੇਡਾ ਵਾਸੀਆਂ ਦੇ ਵਾਸਤੇ ਖਰਚਾ ਹੋਰ ਜ਼ਿਆਦਾ ਵਧਾਇਆ ਵੀ ਜਾ ਰਿਹਾ ਹੈ, ਤਾਂ ਇਸ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ। Rogers and Shaw merger will only result in massive layoffs for workers and increased prices for Canadians, when Canadians already pay some of the highest prices for cellular and internet services in the world. Now, the Competition Bureau opposes this merger because they know it's going to be bad for Canadians. Why doesn't the Prime Minister oppose this merger as well? The Right Honourable Prime Minister. Mr. Speaker, we know that Canadians have long faced some of the highest bills for cell phones and wireless in the world. That's why we made a commitment a number of years ago to reduce the cost of cell phone bills in this country by 25%. And Mr. Speaker, we did exactly that. Canadians continue to save money because we increase competition. We continue to ensure that Canadians are given proper services and reliable internet and cell phone services. And we will continue to make 10 times the amount of investments in a few years that the Conservatives made over 10 years. ਨਾ ਸਿਰਫ ਇਹ ਸਗੋਂ ਸਿਹਤ ਅਦਾਰਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਮਰੀਜ਼ਾਂ ਨੂੰ ਲੰਮਾ ਚਿਰ ਸਰਜਰੀਜ਼ ਦੇ ਵਾਸਤੇ ਤੇ ਨਾਲ ਹੀ ਐਮਰਜੈਂਸੀਜ਼ ਦੇ ਵਿੱਚ ਵੀ ਉਡੀਕ ਕਰਨੀ ਪੈ ਰਹੀ ਹੈ, ਸਿਹਤ ਕਾਮਿਆਂ ਦੀ ਤੇ ਸਿਹਤ ਸਿਸਟਮ ਵਿੱਚ ਹੋਰ ਜ਼ਿਆਦਾ ਸੁਧਾਰ ਦੀ ਲੋੜ ਹੋਣ ਦੇ ਬਾਰੇ ਮੰਗ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਜਗਮੀਤ ਸਿੰਘ ਦੇ ਵੱਲੋਂ ਸਵਾਲ ਪੁੱਛਿਆ ਗਿਆ, ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕਿਹਾ ਕਿ ਸਿਹਤ ਸੇਵਾਵਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੇ ਨਿਵੇਸ਼ ਕੀਤੇ ਗਏ ਨੇ ਹੁਣ ਤੱਕ। ਇਸੇ ਲਈ $69 ਬਿਲੀਅਨ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਇਸ ਦੇ ਨਾਲ ਹੀ ਜੋ PPE ਕਿਟਸ ਤੇ ਨਾਲ ਹੀ ਸਿਹਤ ਅਦਾਰਿਆਂ ਦੇ ਵਿੱਚ ਹੋਰ ਜ਼ਿਆਦਾ ਜੋ ਮੰਗ ਤੇ ਲੋੜ ਹੈ ਉਸ ਨੂੰ ਪੂਰਾ ਕੀਤੇ ਜਾਣ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ, ਜੋ ਉਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ਿਕਰ ਕੀਤਾ। Long wait lists for emergency rooms and for surgical procedures. These wait lists are out of control. Our healthcare workers are exhausted, overworked and under-resourced. All the while our healthcare system is struggling, the Prime Minister won't even meet with the premiers to discuss how we protect our public healthcare system. We need an injection of long-term, stable funding to defend our public healthcare system.
Why won't the Prime Minister meet with the premiers to discuss how we save our healthcare system? To the right honourable Prime Minister. Mr. Speaker, throughout the pandemic, and we've invested and worked with provinces and territories to keep Canadians safe from COVID-19, committing over $69 billion in new spending on healthcare-related measures. We've procured enough vaccines for everyone. We've delivered billions of items of PPE. We've sent out rapid tests across the country. We announced a one-time top-up of $2 billion to help clear surgery and diagnostic backlogs created and made worse by the pandemic, and we will continue to work with provinces and territories to strengthen our healthcare system for all Canadians, both for today and tomorrow. The honourable member. ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਪੁਰਾਣੇ ਅਜਾਇਬ ਘਰ ਦੀ ਇਮਾਰਤ ਨੂੰ ਨਵਾਂ ਬਣਾਉਣ ਦੇ ਲਈ ਨਵਾਂ ਨਿਵੇਸ਼ ਕੀਤੇ ਜਾਣ ਦੇ ਬਾਰੇ ਜੋ ਐਲਾਨ ਹੋਇਆ ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨਵੇਂ ਰਾਇਲ BC ਅਜਾਇਬ ਘਰ ਤੇ $799 ਮਿਲੀਅਨ ਖਰਚ ਕਰੇਗੀ। ਮੌਜੂਦਾ ਸਥਾਨ ਤੇ ਅਜਾਇਬ ਘਰ ਦੀ ਇਮਾਰਤ ਵਿਕਟੋਰੀਆ ਵਿਧਾਨ ਸਭਾ ਦੇ ਨੇੜੇ ਮੌਜੂਦ ਹੈ। ਪ੍ਰੀਮੀਅਰ ਜੌਨ ਹੌਰਗਨ ਸ਼ੁੱਕਰਵਾਰ ਨੂੰ ਘੋਸ਼ਣਾ ਲਈ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਮੈਲਾਨੀ ਮਾਰਕ ਦੇ ਨਾਲ ਅਜਾਇਬ ਘਰ ਦੇ CEO ਅਤੇ ਸੌਂਗਹੇਸ ਅਤੇ ਐਸਕੁਇਮਲੇਟ ਦੇਸ਼ਾਂ ਦੇ ਮੁਖੀਆਂ ਨਾਲ ਸ਼ਾਮਲ ਹੋਏ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਨਵੀਂ ਇਮਾਰਤ ਦੇ ਨਿਰਮਾਣ 'ਚ ਲੱਕੜ ਦੀ ਉਸਾਰੀ ਦੇ ਨਾਲ ਆਧੁਨਿਕ ਸੁਰੱਖਿਆ ਅਤੇ ਪਹੁੰਚਯੋਗਤਾ ਮਿਆਰਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਸੂਬਾਈ ਸਰਕਾਰ ਨੇ ਕਿਹਾ ਸੀ ਕਿ ਬੈਲਵਿਲ ਸਟਰੀਟ ਤੇ ਮੌਜੂਦਾ ਅਜਾਇਬ ਘਰ ਦੀ ਸਹੂਲਤਾਂ ਆਪਣੇ ਜੀਵਨ ਦੇ ਅੰਤ ਦੇ ਨੇੜੇ ਹਨ ਅਤੇ ਅਜਾਇਬ ਘਰ ਦੇ ਮੌਜੂਦਾ ਹਾਲਾਤ ਭੂਚਾਲ ਦੇ ਮਾਪਦੰਡਾਂ ਤੋਂ ਘੱਟ ਨੇ। BC ਪ੍ਰੋਵਿੰਸ ਨੇ ਕਿਹਾ ਕਿ ਨਵਾਂ ਅਜਾਇਬ ਘਰ ਪਹਿਲੇ ਵੱਡੇ ਪੈਮਾਨੇ ਦੇ ਸਥਾਨਕ ਫਸਟ ਨੇਸ਼ਨਸ ਦੇ ਨਾਲ ਸਰਕਾਰੀ ਪ੍ਰੋਜੈਕਟ ਦੇ ਵਿਕਾਸ ਅਤੇ ਡਿਲੀਵਰੀ ਦੋਵਾਂ ਵਿੱਚ ਸਾਂਝੇਦਾਰੀ ਕਰਨਗੇ, ਜਿਸ ਵਿੱਚ ਲੇਕ ਬੁੰਗੇਨ ਬੋਲਣ ਵਾਲੇ ਲੋਕਾਂ ਅਤੇ ਸੌਂਗਹੇਸ ਨੇਸ਼ਨ ਅਤੇ ਐਸਕੁਇਮਲੇਟ ਨੇਸ਼ਨ ਦੇ ਮੈਂਬਰਾਂ ਨੂੰ ਦਰਸਾਉਣ ਵਾਲੇ ਡਿਜ਼ਾਈਨ ਸ਼ਾਮਲ ਹੋਣਗੇ। ਮੌਜੂਦਾ ਅਜਾਇਬ ਘਰ 6 ਸਤੰਬਰ ਤੱਕ ਜਨਤਾ ਲਈ ਖੁੱਲ੍ਹਾ ਰਹੇਗਾ, ਜਦੋਂ ਕਿ ਇਮੈਕਸ ਥੀਏਟਰ ਅਤੇ ਅਜਾਇਬ ਘਰ ਦੀ ਤੋਹਫੇ ਦੀ ਦੁਕਾਨ 2023 ਦੇ ਸ਼ੁਰੂ ਤੱਕ ਖੁੱਲ੍ਹੀ ਰਹੇਗੀ। ਨਵਾਂ ਅਜਾਇਬ ਘਰ 2030 ਵਿੱਚ ਖੋਲ੍ਹਣ ਲਈ ਤੈਅ ਕੀਤਾ ਗਿਆ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਰੀਡੈਵਲਪਮੈਂਟ ਪ੍ਰੋਜੈਕਟ ਸਿੱਧੇ ਤੌਰ ਤੇ 1950 ਉਸਾਰੀ ਦੀਆਂ ਨੌਕਰੀਆਂ ਅਤੇ 1050 ਇਸ ਨਾਲ ਜੁੜੀਆਂ ਨੌਕਰੀਆਂ ਪੈਦਾ ਕਰੇਗਾ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।